ਸਤਿਗੁਰੂ ਜੀ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਫਰਮਾਉਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰਬਾਣੀ ਅੰਕਿਤ ਹੈ, ਉਸ ਮੁਤਾਬਕ ਤੇ ਗੁਰੂ ਕੇ ਪਿਆਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੋ ਚਾਹੇ ਉਹ ਕਰ ਸਕਦਾ ਹੈ। ਗੁਰਬਾਣੀ ਫਰਮਾਨ ਕਰਦੀ ਹੈ, ਕਟਹੁ ਕੰਚਨ ਭਇਓ ਸ਼ਬਦ ਗੁਰ ਸ਼੍ਰਵਣਹਿ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੈ, ਕਾਠਹੁ ਸ੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਛੇ ਪਸ ਪ੍ਰੇਤ ਸੁਰ ਨਰ ਭਏ। ਗੁਰਬਾਣੀ ਮੁਤਾਬਕ ਸਤਿਗੁਰੂ ਵਿੱਚ ਸਮਰੱਥਾ ਹੈ ਕਿ ਸ਼ੀਸ਼ੇ ਤੋਂ ਸੋਨੇ ਵਰਗਾ ਮਹਿੰਗਾ ਕਰ ਸਕਦਾ ਹੈ, ਜ਼ਿੰਦਗੀ ਮਿਟਾਉਣ ਵਾਲੇ ਜ਼ਹਿਰ ਤੋਂ ਜ਼ਿੰਦਗੀ ਦੇਣ ਵਾਲਾ ਅੰਮ੍ਰਿਤ ਬਣਾ ਸਕਦਾ ਹੈ, ਜ਼ਹਿਰ ਵਰਗੇ ਜੀਵਨ ਨੂੰ ਅੰਮ੍ਰਿਤ ਵਰਗਾ ਕਰ ਸਕਦਾ ਹੈ। ਆਮ ਲੋਹੇ ਤੋਂ ਜਿਸ ਦਾ ਬਹੁਤਾ ਮੁੱਲ ਨਹੀਂ, ਜਵੇਹਰ ਦੀ ਨਿਆਈ ਬੜਾ ਮੁੱਲਵਾਨ ਬਣਾ ਸਕਦਾ ਹੈ, ਆਮ ਪੱਥਰ ਨਾਲੋਂ ਬੇਸ਼ਕੀਮਤੀ ਹੀਰਾ ਬਣਾ ਸਕਦਾ ਹੈ ਤੇ ਆਮ ਲੱਕੜਾਂ ਨਾਲੋਂ ਬੇਸ਼ਕੀਮਤੀ ਚੰਦਨ ਬਣਾ ਸਕਦਾ ਹੈ। ਇਹ ਉਦਾਹਰਨਾਂ ਦੇ ਕੇ ਸਾਨੂੰ ਗੁਰਬਾਣੀ ਸਮਝਾਉਂਦੀ ਹੈ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਸਤਿਗੁਰਾਂ ਦੇ ਚਰਨ ਪਰਸ ਲਏ, ਉਹ ਪਸ਼ੂਆਂ ਪ੍ਰੇਤਾਂ ਨਾਲੋਂ ਦੇਵੀ ਪੁਰਸ਼ ਬਣ ਜਾਂਦੇ ਹਨ। ਇਹ ਸਾਰੀ ਵਿਚਾਰ ਦਾ ਭਾਵ ਇਹ ਹੈ ਕਿ ਸਤਿਗੁਰੂ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ। ਸਾਨੂੰ ਉਸ ਦੀਆਂ ਬਰਕਤਾਂ ਦੇ ਵਿੱਚ, ਬਖਸ਼ਿਸ਼ਾਂ ਦੇ ਵਿੱਚ ਸਦੀਵੀ ਯਕੀਨ ਰੱਖਣਾ ਚਾਹੀਦਾ ਹੈ। ਨਾਸਤਿਕਤਾ ਦੇ ਪ੍ਰਭਾਵ ਦੇ ਵਿੱਚ ਆ ਕੇ ਸਤਿਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ, ਸਗੋਂ ਸਾਇੰਸ ਦੁਆਰਾ ਖੋਜ ਕਰਕੇ ਗੁਰਬਾਣੀ ਨੂੰ ਸਿੱਧ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਗੁਰਬਾਣੀ ਦੀ ਵਿਆਖਿਆ ਕਰਦਿਆਂ ਸਾਇੰਸ ਦੀਆਂ ਦਲੀਲਾਂ ਦੇ ਕੇ ਗੁਰਬਾਣੀ ਦੀਆਂ ਬਰਕਤਾਂ ਨੂੰ, ਗੁਰਬਾਣੀ ਦੀਆਂ ਬਖਸ਼ਿਸ਼ਾਂ ਨੂੰ ਮੂਲੋਂ ਰੱਦਣਾ ਚਾਹੀਦਾ ਹੈ। ਸਗੋਂ ਸਾਇੰਸ ਦੀਆਂ ਦਲੀਲਾਂ ਦੇ ਕੇ ਗੁਰਬਾਣੀ ਵਿੱਚ ਆਏ ਹੋਏ ਸੁੰਦਰ ਭਾਵ ਸੰਗਤ ਅੱਗੇ ਰੱਖਣੇ ਚਾਹੀਦੇ ਹਨ ਕਿ ਦੇਖੋ, ਜਿਹੜੀ ਗੱਲ ਗੁਰਬਾਣੀ 500 ਸਾਲ ਪਹਿਲਾਂ, 300 ਸਾਲ ਪਹਿਲਾਂ, 200 ਸਾਲ ਪਹਿਲਾਂ ਕਹਿੰਦੀ ਰਹੀ ਹੈ, ਉਹ ਸਾਇੰਸ ਅੱਜ ਸਿੱਧ ਕਰਕੇ ਦਿਖਾ ਰਹੀ ਹੈ। ਗੁਰਬਾਣੀ ਨੇ ਪਾਤਾਲਾਂ ਪਾਤਾਲ ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼ ਨੇ ਇਸ ਦੀ ਗੱਲ ਕੀਤੀ ਹੈ। ਸਾਇੰਸ ਸਾਨੂੰ ਉਹੀ ਗੱਲ ਅੱਜ ਦੱਸਦੀ ਪਈ ਹੈ। ਗੁਰਬਾਣੀ ਮਨੁੱਖ ਦੀ ਮੱਤ ਨਾਲੋਂ ਵੱਡੀ ਹੈ। ਕਈ ਵਾਰ ਸਾਨੂੰ ਕੁਝ ਗੱਲਾਂ ਸਮਝ ਦੇ ਵਿੱਚ ਨਹੀਂ ਵੀ ਪੈਂਦੀਆਂ, ਔਰ ਇਸ ਦਾ ਭਾਵ ਇਹ ਨਹੀਂ ਕਿ ਉਹ ਹੋ ਨਹੀਂ ਸਕਦੀਆਂ ਜਾਂ ਗੁਰੂ ਕਰਨ ਵਿੱਚ ਅਸਮਰੱਥ ਹੈ, ਕਰ ਨਹੀਂ ਸਕਦਾ। ਇਸੇ ਤਰ੍ਹਾਂ ਦੀ ਅੱਜ ਕੱਲ੍ਹ ਇੱਕ ਘਟਨਾ ਚੱਲਦੀ ਪਈ ਹੈ।
ਸੁਲਤਾਨਪੁਰ ਸਾਹਿਬ, ਜਿੱਥੇ ਸਿੱਖ ਸੰਗਤਾਂ ਨੇ 550 ਸਾਲਾ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਆਗਮਨ ਪੁਰਬ ਮਨਾਇਆ ਹੈ, ਉੱਥੇ ਸਤਿਗੁਰੂ ਜੀ ਦੀ ਨਿਸ਼ਾਨੀ ਪਵਿੱਤਰ ਬੇਰੀ ਹੈ, ਜਿਸ ਦੇ ਵਿੱਚੋਂ ਲਹੂ ਨਿਕਲਿਆ ਹੈ ਤੇ ਬੜੀਆਂ ਹੀ ਸੰਗਤਾਂ ਇਸ ਗੱਲ ਦੀ ਵਿਚਾਰ ਕਰ ਰਹੀਆਂ ਨੇ ਕਿ ਇਹ ਕੀ ਕੌਤਕ ਹੈ। ਆਓ ਪਹਿਲਾਂ ਆਪਾਂ ਇਸ ਨੂੰ ਸਾਇੰਸ ਦੀ ਨਿਗਾਹ ਨਾਲ ਦੇਖਦੇ ਹਾਂ, ਇਹਦੇ ਬਾਰੇ ਵਿਗਿਆਨ ਕੀ ਕਹਿੰਦਾ ਹੈ। ਵਿਗਿਆਨ ਮੁਤਾਬਕ ਦਰਖਤ ਦੇ ਵਿੱਚੋਂ ਲਹੂ ਨਿਕਲ ਸਕਦਾ ਹੈ ਕਿ ਨਹੀਂ, ਆਓ ਇਸ ਦੀ ਖੋਜ ਕਰਨ ਦਾ ਯਤਨ ਕਰਦੇ ਹਾਂ। ਜਿਸ ਨੂੰ ਅਸੀਂ ਦਰਖਤ ਦੇ ਵਿੱਚੋਂ ਲਹੂ ਸਿੰਮਦਾ ਜਾਂ ਨਿਕਲਦਾ ਆਖਦੇ ਹਾਂ, ਉਸ ਨੂੰ ਵਿਗਿਆਨ ਰੈੱਡ ਸੈਪ ਦਾ ਨਾਮ ਦਿੰਦਾ ਹੈ, ਲਾਲ ਸੈਪ। ਰੈੱਡ ਸੈਪ ਪੈਦਾ ਕਰਨ ਵਾਲੇ ਦਰਖਤਾਂ ਦੇ ਵਿੱਚੋਂ ਖਾਸ ਦਰਖਤ ਹੈ ਇਕਾਲਿਪਟਸ, ਤੇ ਇਕਾਲਿਪਟਸ ਦੀ ਦਰਖਤ ਜਿਵੇਂ ਰੋਬਸਟਸ ਅਤੇ ਆਇਰਨ ਬਾਰਕ ਵਰਗੇ ਦਰਖਤ ਜਿਹੜੇ ਨੇ ਜ਼ਖਮੀ ਹੋਣ ਤੇ ਇੱਕ ਖਾਸ ਕਿਸਮ ਦਾ ਤਰਲ ਪਦਾਰਥ ਲਾਲਚੇ ਰੰਗ ਦਾ ਪੈਦਾ ਕਰਦੇ ਨੇ, ਜਿਸ ਨੂੰ ਅਸੀਂ ਦਰਖਤ ਵਿੱਚੋਂ ਲਹੂ ਨਿਕਲਣਾ ਕਹਿੰਦੇ ਹਾਂ ਤੇ ਵਿਗਿਆਨ ਜਿਸ ਨੂੰ ਰੈੱਡ ਸੈਪ ਕਹਿੰਦਾ ਹੈ। ਇਸ ਨੂੰ ਆਮ ਭਾਸ਼ਾ ਵਿੱਚ ਦਰਖਤ ਦਾ ਲਹੂ ਵੀ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ। ਇਹਦਾ ਫਾਇਦਾ ਕੀ ਹੈ, ਨੁਕਸਾਨ ਕੀ ਹੈ? ਵਿਗਿਆਨ ਮੁਤਾਬਕ ਇਸ ਦਾ ਨੁਕਸਾਨ ਤਾਂ ਕੋਈ ਨਹੀਂ, ਸਗੋਂ ਦਰਖਤ ਨੂੰ ਇਸ ਦਾ ਬੜਾ ਲਾਭ ਹੁੰਦਾ ਹੈ। ਇਹ ਦਰਖਤ ਦੀ ਬਿਮਾਰੀਆਂ ਤੋਂ ਰੱਖਿਆ ਕਰਦਾ ਹੈ, ਜ਼ਖਮਾਂ ਨੂੰ ਛੇਤੀ ਸਹੀ ਕਰਦਾ ਹੈ, ਇਨਸੈਕਟਸ ਤੋਂ ਵੀ ਉਹਦੀ ਰੱਖਿਆ ਕਰਦਾ ਹੈ। ਕਿਤੇ ਕਿਤੇ ਇਸ ਨੂੰ ਡਰੈਗਨਸ ਬਲੱਡ ਟਰੀ ਵੀ ਕਹਿੰਦੇ ਨੇ। ਇਹ ਇੱਕ ਐਸਾ ਦਰਖਤ ਹੈ ਜਿਵੇਂ ਬੰਦੇ ਦੀ ਚਮੜੀ ਤੇ ਕੋਈ ਫੱਟ ਜਾਂ ਕੱਟ ਹੋਣ ਕਰਕੇ ਲਹੂ ਨਿਕਲਦਾ ਹੈ, ਇਸੇ ਤਰ੍ਹਾਂ ਇਸ ਦਰਖਤ ਦੇ ਵਿੱਚੋਂ ਵੀ ਲਹੂ ਵਰਗਾ ਪਦਾਰਥ ਨਿਕਲਦਾ ਹੈ, ਜਿਹੜਾ ਇਨਫੈਕਸ਼ਨ ਅਤੇ ਸੋਜ ਨਾਲ ਲੜਨ ਦੇ ਵਿੱਚ ਸਹਾਇਤਾ ਕਰਦਾ ਹੈ, ਦਵਾਈਆਂ ਦੇ ਤੌਰ ਤੇ ਉਪਯੋਗ ਵਿੱਚ ਆਉਂਦਾ ਹੈ। ਤੁਸੀਂ ਹੈਰਾਨ ਹੋਵੋਗੇ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਦੇਖ ਕੇ ਕਿ ਉਹ ਕਿੱਡਾ ਸਮਰੱਥ ਹੈ। ਉਸ ਦੀ ਕੁਦਰਤ ਦੇ ਵਿੱਚ ਕਿੱਡੇ ਵੱਡੇ ਕੌਤਕ ਛਿਪੇ ਹੋਏ ਨੇ। ਐਵੇਂ ਨੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇਹ ਪਵਿੱਤਰ ਬਚਨ ਕੀਤੇ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਬਲਹਾਰ ਜਾਵਾਂ, ਤੇਰਾ ਅੰਤ ਕਿੱਦਾਂ ਸੰਸਾਰ ਪਾ ਲਵੇਗਾ। ਇਸੇ ਤਰ੍ਹਾਂ ਸ੍ਰੀ ਸੁਲਤਾਨਪੁਰ ਸਾਹਿਬ ਬੇਰੀ ਦੇ ਵਿੱਚੋਂ ਇੱਕ ਲਹੂ ਵਰਗਾ ਤਰਲ ਪਦਾਰਥ ਨਿਕਲਦਾ ਹੈ। ਜਿਹੜੇ ਸ਼ਰਧਾ ਵਾਲੇ ਸੱਜਣ ਨੇ ਉਹ ਇਸ ਨੂੰ ਆਉਣ ਵਾਲੀ ਕਿਸੇ ਘਟਨਾ ਦੇ ਨਾਲ ਜੋੜਦੇ ਨੇ, ਪਰ ਇਸ ਗੱਲ ਨੂੰ ਤਾਂ ਸਤਿਗੁਰੂ ਹੀ ਜਾਣ ਸਕਦਾ ਹੈ, ਕਿਉਂਕਿ ਗੁਰਬਾਣੀ ਦੇ ਪਵਿੱਤਰ ਬਚਨ ਨੇ, ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈਸੋ ਰੇ। ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ। ਹੇ ਵਾਹਿਗੁਰੂ ਪਰਮੇਸ਼ਰ, ਤੂੰ ਮਨੁੱਖ ਦੀ ਸੋਚ ਤੋਂ ਸਮਝ ਤੋਂ ਬਹੁਤ ਉੱਚਾ ਹੈ, ਅਗਮ ਅਗੋਚਰ ਹੈ। ਮਨੁੱਖ ਆਪਣੀ ਬੁੱਧੀ ਨਾਲ ਤੇਰਾ ਅੰਤ ਨਹੀਂ ਪਾ ਸਕਦਾ। ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਮੁੱਖ ਰੱਖਦਿਆਂ ਕਿ ਇਹ ਕਿਸੇ ਆਉਣ ਵਾਲੀ ਘਟਨਾ ਬਾਰੇ ਸੰਕੇਤ ਕਰਦਾ ਹੈ,
ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਦੀ ਗਤ ਗੁਰੂ ਜਾਣਦਾ ਹੈ ਤੇ ਗੁਰੂ ਦੀ ਗਤ ਪਰਮਾਤਮਾ ਜਾਣਦਾ ਹੈ। ਹੋਰ ਕੋਈ ਕੀ ਜਾਣ ਸਕਦਾ ਹੈ। ਪਰ ਨਾਲ ਨਾਲ ਇੱਕ ਗੱਲ ਸੋਚਣ ਵਾਲੀ ਵੀ ਹੈ ਕਿ ਜੇ ਅਸੀਂ ਇਸ ਨੂੰ ਮੂਲੋਂ ਹੀ ਰੱਦ ਕਰ ਦਈਏ, ਨਹੀਂ ਜੀ ਇਹ ਤਾਂ ਆਮ ਲਹੂ ਹੈ, ਆਮ ਪਦਾਰਥ ਹੈ, ਦਰਖਤ ਵਿੱਚੋਂ ਨਿਕਲਦਾ ਹੈ, ਕੋਈ ਇੱਦਾਂ ਦੀ ਗੱਲ ਨਹੀਂ, ਗੁਰਦੁਆਰੇ ਦੇ ਬੇਰੀ ਚੋਂ ਨਿਕਲ ਆਇਆ ਤੇ ਕੀ ਆਖਰ ਆ ਗਈ, ਤਾਂ ਇੱਕ ਗੱਲ ਸੋਚੀ ਪਾਉਂਦੀ ਹੈ ਵੀ ਸੱਜਣੋ, ਪੰਜਾਬ 'ਚ ਹੋਰ ਵੀ ਬੇਰੀਆਂ ਨੇ, ਉਹਨਾਂ ਵਿੱਚੋਂ ਲਹੂ ਕਿਉਂ ਨਹੀਂ ਨਿਕਲ ਰਿਹਾ। ਉਹਨਾਂ ਨੂੰ ਅਸੀਂ ਛਾਂਗਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ ਨਿਕਲਦਾ ਨਹੀਂ ਪਿਆ ਹੈ। ਤੇ ਅਸੀਂ ਆਮ ਦੇਖਿਆ ਹੋਵੇਗਾ ਕਿ ਜ਼ਿਮੀਂਦਾਰ ਭੈਣ ਭਰਾ ਸੱਜਣ ਦਰਖਤਾਂ ਨੂੰ ਛਾਂਗਦੇ ਨੇ, ਫਿਰ ਵੀ ਨਹੀਂ ਉਹਨਾਂ ਚੋਂ ਲਹੂ ਵਰਗਾ ਪਦਾਰਥ ਨਿਕਲਦਾ। ਤਾਂ ਇਸ ਗੱਲ ਨੂੰ ਵੀ ਆਪਾਂ ਮੂਲੋਂ ਰੱਦ ਨਹੀਂ ਕਰ ਸਕਦੇ ਕਿ ਇਹ ਕੋਈ ਸੰਕੇਤ ਨਹੀਂ ਦੇ ਰਿਹਾ, ਕਿਉਂਕਿ ਜੇ ਅਸੀਂ ਇਹ ਗੱਲ ਸੰਗਤ ਨੂੰ ਪੁੱਛਦੇ ਹਾਂ ਤਾਂ ਸੰਗਤ ਇਹਨਾਂ ਘਟਨਾ ਦੀ ਸਾਂਝ ਪਾਉਂਦੀ ਹੈ ਕਿ 1984 ਵੇਲੇ ਵੀ ਸੁਲਤਾਨਪੁਰ ਸਾਹਿਬ ਬੇਰੀ ਦੇ ਵਿੱਚੋਂ ਇਹ ਲਹੂ ਵਰਗਾ ਤਰਲ ਪਦਾਰਥ ਨਿਕਲਿਆ ਸੀ, ਜਿਹਨੂੰ ਵਿਗਿਆਨ ਰੈੱਡ ਸੈਪ ਕਹਿੰਦਾ ਹੈ, ਜਿਸ ਦੇ ਗਵਾਹ ਅਜੇ ਵੀ ਕਈ ਗੁਰਮੁਖ ਪਿਆਰੇ ਸੱਜਣ ਜਿਹੜੇ ਸਰੀਰ ਕਰਕੇ ਚੜ੍ਹਦੀ ਕਲਾ 'ਚ ਨੇ, ਉਹ ਹਾਜ਼ਰ ਨੇ। ਸਾਇੰਸ ਤੇ ਚੱਲ ਕੇ ਅਸੀਂ ਆਪਣੀ ਰੂਹਾਨੀਅਤ ਤੇ ਗੁਰੂ ਸਾਹਿਬ ਦੀਆਂ ਬਰਕਤਾਂ ਕਰਾਮਾਤਾਂ ਤੋਂ ਵੀ ਮੁੱਖ ਨਹੀਂ ਮੋੜ ਸਕਦੇ। ਸਤਿਗੁਰੂ ਸਾਡਾ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ। ਤਾਂ ਗੁਰਮੁਖ ਪਿਆਰੇ ਸੱਜਣ ਦੱਸਦੇ ਨੇ ਕਿ ਆਉਣ ਵਾਲੇ ਭਿਆਨਕ ਸਮੇਂ ਬਾਰੇ ਇਹ ਚੇਤਾਵਨੀ ਲੱਗਦੀ ਹੈ। ਚਲੋ ਸੱਚ ਤਾਂ ਵਾਹਿਗੁਰੂ ਜਾਣਦਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਜਾਣਦੇ ਨੇ, ਪਰ ਪਿਛੋਕੜ ਘਟਨਾਵਾਂ ਨੂੰ ਦੇਖਦੇ ਹੋਏ ਸੰਗਤ ਗਵਾਹੀ ਭਰਦੀ ਹੈ ਕਿ 1984 ਵਿੱਚ ਇਸ ਬੇਰੀ ਵਿੱਚੋਂ ਇਹ ਲਹੂ ਵਰਗਾ ਪਦਾਰਥ ਸਿਮਦਾ ਦੇਖਿਆ ਗਿਆ ਸੀ। ਉਹ ਸਰੀਰ ਅੱਜ ਵੀ ਹਾਜ਼ਰ ਨੇ। ਤੇ ਧਿਆਨ ਨਾਲ ਨੋਟ ਕਰਨ ਵਾਲੀ ਗੱਲ ਹੈ ਕਿ ਬਾਕੀ ਦਰਖਤਾਂ ਨੂੰ ਟੱਕ ਲੱਗੇ ਜਾਂ ਕੱਟਿਆ ਜਾਵੇ ਫਿਰ ਇਹ ਲਹੂ ਵਰਗਾ ਤਰਲ ਪਦਾਰਥ ਨਿਕਲਦਾ ਹੈ, ਪਰ ਇਸ ਬੇਰੀ ਨੂੰ ਇਸ ਵਾਰ ਜਿੱਥੇ ਟੱਕ ਲੱਗਾ ਉੱਥੋਂ ਨਹੀਂ ਨਿਕਲਿਆ, ਆਪਣੇ ਆਪ ਨਿਕਲਦਾ ਪਿਆ ਹੈ, ਜਿਹੜਾ ਕਿ ਸਾਨੂੰ ਹੈਰਾਨੀ ਵਿੱਚ ਵੀ ਪਾਉਂਦਾ ਹੈ। ਦੂਸਰਾ, ਸ੍ਰੀ ਨਨਕਾਣਾ ਸਾਹਿਬ 1984 ਦੇ ਸਾਕੇ ਦੀ ਚੇਤਾਵਨੀ ਦਿੰਦਿਆਂ ਵੀ ਉੱਥੋਂ ਦੇ ਪਵਿੱਤਰ ਜੰਡ ਸਾਹਿਬ ਦੇ ਵਿੱਚੋਂ ਲਹੂ ਨਿਕਲਿਆ ਸੀ, ਜਿਸ ਦੀ ਸਾਖ ਬਜ਼ੁਰਗ ਭਰਦੇ ਨੇ। ਇੱਥੇ ਇਹ ਵੀ ਗੱਲ ਧਿਆਨ ਰੱਖਣ ਯੋਗ ਹੈ ਕਿ ਜਿਨ੍ਹਾਂ ਦਰਖਤਾਂ ਦਾ ਸਾਇੰਸ ਅਨੁਸਾਰ ਜ਼ਿਕਰ ਕੀਤਾ ਗਿਆ, ਉਹਨਾਂ ਵਿੱਚੋਂ ਲਹੂ ਵਰਗਾ ਤਰਲ ਪਦਾਰਥ ਨਿਕਲਦਾ ਹੈ, ਪਰ ਉਹਨਾਂ ਦੀਆਂ ਕਿਸਮਾਂ ਵਿੱਚ ਬੇਰੀ ਦਾ ਆਉਣਾ ਜਾਂ ਨਾ ਆਉਣਾ, ਇਸ ਬਾਰੇ ਸਾਇੰਸ ਕੋਈ ਜਵਾਬ ਨਹੀਂ ਦੇ ਰਹੀ। ਇਸ ਬਾਰੇ ਤਾਂ ਖੋਜੀ ਸੱਜਣ ਹੀ ਜਵਾਬ ਦੇ ਸਕਦੇ ਨੇ। ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੋਈ ਮੰਨੇ ਭਾਵੇਂ ਨਾ ਮੰਨੇ, ਗੁਰੂ ਸਾਹਿਬ ਦੇ ਪਵਿੱਤਰ ਦਰਖਤ, ਸ਼ਹੀਦਾਂ ਦੇ ਪਵਿੱਤਰ ਦਰਖਤ ਤੇ ਆਮ ਦਰਖਤਾਂ ਵਿੱਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ। ਭਾਵੇਂ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਦਰਖਤ ਕੋਈ ਰਹਿਣ ਨਹੀਂ ਦਿੱਤਾ, ਮੁੱਖ ਇਤਿਹਾਸਿਕ ਸਥਾਨਾਂ ਤੇ ਹੀ ਰਹਿ ਗਏ ਨੇ। ਆਮ ਇਮਾਰਤਾਂ ਵਿੱਚ ਤੇ ਗੁਰੂ ਘਰ ਦੀਆਂ ਇਮਾਰਤਾਂ ਵਿੱਚ ਵੀ ਬੜਾ ਫਰਕ ਹੈ। ਇੱਕ ਘਟਨਾ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਕਿ ਧਰਮ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਸ ਦੀ ਗਵਾਹੀ ਹਰ ਧਰਮ ਦੇ ਗ੍ਰੰਥ ਜਿਹੜੇ ਨੇ ਉਹ ਭਰਦੇ ਨੇ।
ਈਸਾਈ ਧਰਮ ਦੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼, ਯੂਰਪ ਦੇ ਇੱਕ ਮਹਾਨ ਸੰਤ ਫਰਾਂਸਿਸ ਦੀ ਜੀਵਨੀ ਆਪ ਜੀ ਨੂੰ ਬੜਾ ਪ੍ਰਭਾਵਿਤ ਕਰੇਗੀ। ਸੰਤ ਫਰਾਂਸਿਸ ਦਾ ਜਨਮ ਇਟਲੀ ਦੇ ਅਸਿਸੀ ਨਾਮੀ ਗਿਰਾਂ ਵਿੱਚ 13ਵੀਂ ਸਦੀ ਮਸੀਹੀ ਵਿੱਚ ਹੋਇਆ। ਸੱਚਖੰਡ ਵਾਸੀ ਸਰਦਾਰ ਕਪੂਰ ਸਿੰਘ ICS ਦੁਆਰਾ ਰਚਿਤ ਪੁਸਤਕ ਸਬਤ ਸ੍ਰਿੰਗ ਪੜ੍ਹਨਯੋਗ ਹੈ, ਜੋ ਵਿਸ਼ਵ ਦੇ 7 ਮਹਾਨ ਪੁਰਸ਼ਾਂ ਦੇ ਜੀਵਨ ਚਰਿੱਤਰ ਦਾ ਵਿਖਿਆਨ ਵਰਣਨ ਕਰਦੀ ਹੈ। ਸਰਦਾਰ ਕਪੂਰ ਸਿੰਘ ਜੀ ਅਨੁਸਾਰ ਮਹਾਤਮਾ ਫਰਾਂਸਿਸ ਦਾ ਜੀਵਨ ਕਾਲ ਲਗਭਗ 1181 ਤੋਂ ਲੈ ਕੇ 1226 ਈਸਵੀ ਨਿਯਤ ਕੀਤਾ ਗਿਆ ਹੈ। ਇਸ ਮਹਾਤਮਾ ਨੇ ਹਜ਼ਰਤ ਈਸਾ ਜੀ ਦੀ ਸਲੀਬ ਕਸ਼ੀ ਦਾ ਦਰਦ, ਹਜ਼ਰਤ ਈਸਾ ਦੀ ਸਿਮਰਤੀ ਵਿੱਚ ਲੀਨ ਹੋ ਕੇ ਇਸ ਕਦਰ ਹੰਢਾਇਆ ਕਿ ਅੰਤ ਨੂੰ ਇਸ ਮਾਨਸਿਕ ਕਸ਼ਟ ਕਾਰਨ ਸੰਤ ਫਰਾਂਸਿਸ ਦੇ ਹੱਥਾਂ ਤੇ ਪੈਰਾਂ ਵਿੱਚੋਂ ਵੀ ਉਸੇ ਤਰ੍ਹਾਂ ਦੇ ਜ਼ਖਮ ਆਪਣੇ ਆਪ ਪ੍ਰਗਟ ਹੋ ਗਏ, ਜੋ ਹਜ਼ਰਤ ਈਸਾ ਨੂੰ ਸਲੀਬ ਤੇ ਚੜਾਉਣ ਲੱਗਿਆ ਉਹਨਾਂ ਦੇ ਹੱਥਾਂ ਪੈਰਾਂ 'ਚ ਵੱਡੇ ਵੱਡੇ ਮੇਖਾਂ ਗੱਡ ਕੇ, ਕਿੱਲੇ ਗੱਡ ਕੇ ਉਹਨਾਂ ਨੂੰ ਜ਼ਖਮ ਦਿੱਤੇ ਗਏ ਸਨ। ਯੂਰਪ ਦੇ ਵਿੱਚ ਪ੍ਰਚਲਿਤ ਸਾਖੀਆਂ ਅਨੁਸਾਰ ਸੰਤ ਫਰਾਂਸਿਸ ਦੇ ਸਰੀਰ ਤੇ ਪ੍ਰਗਟ ਹੋਏ ਇਹਨਾਂ ਨਸੂਰਾਂ ਵਿੱਚੋਂ ਹਰ ਵੇਲੇ ਲਹੂ ਸਿੰਮਦਾ ਰਹਿੰਦਾ ਹੈ। ਸੰਤ ਫਰਾਂਸਿਸ ਦੀ ਹਜ਼ਰਤ ਈਸਾ ਪ੍ਰਤੀ ਸ਼ਰਧਾ ਅਤੇ ਮੁਕੰਮਲ ਸਮਰਪਣ ਹੈ। ਉਹਨਾਂ ਨੂੰ ਈਸਾਈਅਤ ਦੇ ਇਤਿਹਾਸ ਵਿੱਚੋਂ ਅਕੀਦਤ ਦੇ ਮੁਜੱਸਮੇ ਵਜੋਂ ਸਥਾਪਿਤ ਕਰਦਾ ਹੈ। ਸੰਤ ਫਰਾਂਸਿਸ ਦੀ ਜੀਵਨੀ ਦੇ ਸੰਦਰਭ ਵਿੱਚ ਇਹ ਅਨੁਭਵ ਸਿੱਖ ਕੌਮ ਲਈ ਵਿਚਾਰਨਯੋਗ ਹੈ। ਇਹ ਇੱਕ ਘਟਨਾ ਦੀ ਆਪ ਜੀ ਨਾਲ ਸਾਂਝ ਪਾਈ ਹੈ ਕਿ ਬੇਰੀ ਦੀ ਗੱਲ ਛੱਡੋ, ਦਰਖਤ ਦੀ ਗੱਲ ਛੱਡੋ, ਉਸ ਸੰਤ ਫਰਾਂਸਿਸ ਦੀ ਇੰਨੀ ਭਗਤੀ ਸੀ ਹਜ਼ਰਤ ਈਸਾ ਮਸੀਹ ਵਿੱਚ ਕਿ ਉਹਦੇ ਸਰੀਰ ਦੇ ਵਿੱਚੋਂ ਖਾਸ ਦਿਨ, ਹਫ਼ਤੇ ਵਿੱਚ ਇੱਕ ਦਿਨ, ਜਿੱਦਣ ਹਜ਼ਰਤ ਈਸਾ ਜੀ ਨੂੰ ਸੂਲੀ ਤੇ ਟੰਗਿਆ ਗਿਆ ਸੀ, ਉਸ ਦਿਨ ਉਹਨਾਂ ਦੇ ਸਰੀਰ ਵਿੱਚੋਂ ਲਹੂ ਨਿਕਲਦਾ ਰਹਿੰਦਾ ਸੀ ਤੇ ਲੋਕ ਦਰਸ਼ਨ ਕਰਨ ਜਾਂਦੇ ਸਨ। ਇਸ ਕਰਕੇ ਗੁਰੂ ਕੇ ਪਿਆਰਿਓ, ਵਾਹਿਗੁਰੂ ਪਰਮੇਸ਼ਰ ਦਾ ਤੇ ਉਹਦੇ ਕੌਤਕਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਸਿਰਫ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਇਸ ਘਟਨਾ ਨੂੰ ਸ੍ਰੀ ਸੁਲਤਾਨਪੁਰ ਸਾਹਿਬ ਦੀ ਬੇਰੀ ਵਿੱਚੋਂ ਲਹੂ ਨਿਕਲਣਾ ਸਾਇੰਸ ਮੁਤਾਬਕ ਦੇਖਿਆ ਜਾਵੇ, ਜਵਾਬ ਲੱਭਿਆ ਜਾਵੇ, ਤਾਂ ਕਿ ਜਿਹੜੇ ਭੈਣ ਭਰਾ ਸ਼ੰਕਾ ਕਰਦੇ ਨੇ ਉਹਨਾਂ ਨੂੰ ਸਾਇੰਸ ਮੁਤਾਬਕ ਜਵਾਬ ਮਿਲੇ, ਤੇ ਜਿਹੜੇ ਭੈਣ ਭਰਾ ਗੁਰੂ ਤੇ ਸ਼ਰਧਾ ਰੱਖਣ ਵਾਲੇ ਨੇ ਉਹਨਾਂ ਨੂੰ ਤੇ ਰਾਈ ਮਾਤਰ ਵੀ ਆਪਣੇ ਸਤਿਗੁਰੂ ਤੇ ਸਤਿਗੁਰੂ ਦੀਆਂ ਬਰਕਤਾਂ ਤੇ ਕੋਈ ਸ਼ੱਕ ਨਹੀਂ। ਬਾਕੀ ਇਹਨਾਂ ਘਟਨਾਵਾਂ ਤੋਂ ਅਸੀਂ ਇਹਦਾ ਨਿਚੋੜ ਕੱਢ ਸਕਦੇ ਹਾਂ ਕਿ ਕੀ ਇਹ ਆਉਣ ਵਾਲੇ ਸਮੇਂ ਦੇ ਬਾਰੇ ਭਵਿੱਖਤ ਬਚਨ ਸਾਨੂੰ ਦੱਸਦਾ ਪਿਆ ਹੈ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਇਸ ਗੱਲ ਨੂੰ ਤਾਂ ਸਤਿਗੁਰੂ ਜਾਣਦੇ ਨੇ, ਪਰਮਾਤਮਾ ਜਾਣਦਾ ਹੈ, ਜਾਂ ਵਾਹਿਗੁਰੂ ਦੇ ਪਿਆਰੇ ਸੰਤ ਜਾਣਦੇ ਨੇ ਜਿਹੜੇ ਭਾਣੇ ਵਿੱਚ ਰਹਿੰਦੇ ਨੇ। ਆਸ ਕਰਦਾ ਹਾਂ ਕਿ ਇਹ ਜਾਣਕਾਰੀ ਆਪ ਸੰਗਤਾਂ ਨੂੰ ਪਸੰਦ ਆਵੇਗੀ, ਸਿੱਖ ਸੰਗਤ ਦੇ ਗਿਆਨ ਵਿੱਚ ਵਾਧਾ ਹੋਵੇਗਾ। ਬਾਕੀ ਅਸੀਂ ਸਾਰੇ ਹੀ ਆਸਤਕ ਲੋਕ ਹਾਂ, ਪਰਮਾਤਮਾ ਗੁਰੂ ਦੇ ਕੌਤਕਾਂ ਨੂੰ ਸ਼ਰਧਾ ਭਾਵ ਨਾਲ ਸਿਰ ਝੁਕਾ ਕੇ ਮੰਨਣ ਵਾਲੇ ਹਾਂ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਪਵਿੱਤਰ ਬਚਨ ਵੀ ਸਾਨੂੰ ਚੇਤੇ ਰੱਖਣੇ ਚਾਹੀਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ।
हे वाहिगुरु परमेश्वर, तेरे कौतुकां दा कोई अंत नहीं पा सकता। तू समर्थ है, सर्व शक्तिमान है, जो चाहे वो कर सकता है। हर की गत नह को जानै, जोगी जति तपी पच हारे, और बहु लोग सियाने। गरीब रवाज धन गुरु तेग बहादुर साहब जी अपनी पवित्र बाणी विच ये पवित्र उपदेश दिंदे ने कि वाहिगुरु परमेश्वर की गत नूं कोई भी नहीं जान सकता है। जोगी भी हार गए, जति ब्रह्मचारी भी हार गए, तपी तपस्वी भी हार गए, ते बहुते अकलमंद इंसान भी वाहिगुरु परमेश्वर की गति नूं नहीं जान सकते, हार जाते हैं। वो वाहिगुरु परमेश्वर किन्नी समर्था वाला है। तो महाराज कहते छिन मह राव रंग को करे, राव रंग कर डारे, रीते भरे भरे सकनावे, यह ताको व्यवहार। एक छिन दे विच कंगाल नूं बादशाह बना सकता है, एक छिन दे विच राजे नूं कंगाल बना दिंदा है, खालियां नूं लबालब भर दिंदा है। ये उसका सुभाव है, व्यवहार है। सो सतगुरु जी के गुरबाणी अनुसार वाहिगुरु परमेश्वर की बेअंतता का कोई भी अंत नहीं पा सकता। सो गुरु कृपा करे, गुरु मेहर करे, सानू अपने भाणे विच चलण दा बल उदम बख्शिश करे, गुरबाणी का प्रेम बख्शे, गुरबाणी का नेम बख्शे। सतगुरु अपने चरनां की प्रेमा भगती बख्शण तां कि ਅਸੀਂ ਇਸ ਕਰੋਨਾ ਵਾਇਰਸ ਤੇ ਦੁੱਖ ਦੇ ਸਮੇਂ ਨੂੰ ਬੜੀ ਚੜ੍ਹਦੀ ਕਲਾ ਨਾਲ ਬਤੀਤ ਕਰ ਸਕੀਏ।